ਵਿਆਹ ਦਾ ਚਾਂਸਾ ਦੇ ਕੇ ਜਿਹੜੇ ਲਾੜੇ ਆਖਿਰਕਾਰ ਵਿਦੇਸ਼ ਚਲੇ ਜਾਂਦੇ ਸੀ ਤੇ ਬਾਅਦ ਚ ਉਹਨਾਂ ਲਾੜੀਆਂ ਨੂੰ ਨਹੀਂ ਪੁੱਛਦੇ ਸੀ ਜਿਨ੍ਹਾਂ ਦੇ ਨਾਲ ਉਹ ਵਿਆਹ ਕਰਾਉਂਦੇ ਸੀਗੇ, ਤਾਂ ਹੁਣ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਰੀਜਨਲ ਦਫ਼ਤਰ ਚੰਡੀਗੜ੍ਹ ਪਾਸਪੋਰਟ ਦਫ਼ਤਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਉਹ ਸਖਤ ਕਾਰਵਾਈ ਇਹ ਹੈ ਕਿ 400 ਤੋਂ ਜ਼ਿਆਦਾ ਜਿਹੜੇ ਪਾਸਪੋਰਟ ਨੇ ਉਹਨਾਂ ਲਾੜਿਆਂ ਦੇ ਰੱਦ ਕਰ ਦਿੱਤੇ ਗਏ ਨੇ ਤੇ 80 ਦੇ ਕਰੀਬ ਲਾੜੇ ਵਾਪਸ ਵੀ ਆ ਗਏ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ ਆ ਕੇ ਦੁਬਾਰਾ ਘਰ ਵਸਾ ਲਿਆ। ਇਹ ਖਬਰ ਉਹਨਾਂ ਲਈ ਜਿਹੜੇ ਕਿ ਲੋਕ ਇਹ ਸਮਝਦੇ ਨੇ ਕਿ ਜਦੋਂ ਉਹ ਉਰੇ ਵਿਆਹ ਕਰਾ ਲੈਣਗੇ, ਵਿਦੇਸ਼ ਚਲੇ ਜਾਣਗੇ ਤਾਂ ਉਦੋਂ ਬਾਅਦ ਉਰੇ ਦੀ ਕੁੜੀਆਂ ਨੂੰ ਉਹ ਭੁੱਲ ਜਾਣਗੇ, ਯਾਨੀ ਕਿ ਜਿਹੜੀਆਂ ਉਹਨਾਂ ਦੀਆਂ ਜੀਵਨ ਸਾਥੀਆਂ ਸੀ ਆਖਰਕਾਰ ਉਹਨਾਂ ਦੇ ਨਾਲ ਉਹ ਇੱਕ ਧੋਖਾ ਕਰਕੇ ਵਿਦੇਸ਼ ਚਲੇ ਜਾਣਗੇ ਤੇ ਬਾਅਦ ਚ ਕਿਸੇ ਕੋਈ ਪੁੱਛ ਪੜਤਾਲ ਨਹੀਂ ਹੋਊ। ਤਾਂ ਹੁਣ ਸਖਤ ਕਾਰਵਾਈ ਸ਼ੁਰੂ ਹੋ ਚੱਲੀ ਹੈ। ਹਾਲਾਂਕਿ ਇਹ ਸ਼ੁਰੂਆਤ ਅੱਜ ਤੋਂ 1.5 ਸਾਲ ਪਹਿਲਾਂ ਹੋਈ ਸੀ, ਜਦੋਂ ਇਹ ਦੇਖਿਆ ਗਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਇਹ ਕੇਸ ਵਧ ਰਹੇ ਨੇ ਕਿ ਮੁੰਡੇ ਉਰੇ ਵਿਆਹ ਕਰਾਉਂਦੇ ਨੇ, ਉਸ ਤੋਂ ਬਾਅਦ ਵਿਦੇਸ਼ ਚਲੇ ਜਾਂਦੇ ਨੇ, ਉੱਥੇ ਜਾ ਕੇ ਖੁਦ ਸੈਟਲ ਹੋ ਜਾਂਦੇ ਨੇ ਜਾਂ ਫਿਰ ਹੋਰ ਵਿਆਹ ਕਰਾ ਲੈਂਦੇ ਨੇ ਤੇ ਉਰੇ ਲਾੜੀਆਂ ਵਿਚਾਰੀਆਂ ਦਰ ਦੀਆਂ ਠੋਕਰਾਂ ਖਾਣ ਨੂੰ ਹੈ ਜਿਹੜਾ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੀਆਂ ਨੇ। ਜਦੋਂ ਉਹ ਠੋਕਰਾਂ ਖਾਂਦੀਆਂ ਨੇ ਤਾਂ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਹਿੰਦੀਆਂ ਨੇ। ਉਸ ਤੋਂ ਬਾਅਦ ਮੰਗ ਇਹ ਵਧੀ ਕਿ ਉਹਨਾਂ ਦੇ ਪਾਸਪੋਰਟ ਕਿਉਂ ਨਾ ਰੱਦ ਕਰ ਦਿੱਤੇ ਜਾਣ। ਜਦੋਂ ਇਹ ਪੂਰਾ ਮਸਲਾ ਹੈ ਜਿਹੜਾ ਪਾਸਪੋਰਟ ਦਫ਼ਤਰ ਰੀਜਨਲ ਚੰਡੀਗੜ੍ਹ ਪਹੁੰਚਿਆ ਤਾਂ ਉੱਥੇ ਇਹ ਕਾਨੂੰਨੀ ਨੁਕਤੇ ਦੇਖੇ ਗਏ ਕਿ ਆਖਿਰ ਪਾਸਪੋਰਟ ਰੱਦ ਕਿਸ ਤਰ੍ਹਾਂ ਦੇ ਨਾਲ ਕੀਤਾ ਜਾ ਸਕਦਾ ਹੈ। ਪਾਸਪੋਰਟ ਅਧਿਕਾਰੀ ਤੋਂ ਤੁਸੀਂ ਆਪ ਸੁਣੋ, ਉਹਨਾਂ ਨੇ ਤਰਤੀਬ ਨਾਲ ਦੱਸਿਆ ਕਿ ਕਿਵੇਂ ਇਹ ਕਵਾਇਦ ਸ਼ੁਰੂ ਕੀਤੀ ਗਈ। ਜਿਹੜੇ ਲੋਕਾਂ ਦੇ ਖਿਲਾਫ ਮਾਮਲੇ ਦਰਜ ਸੀ, ਪੀਓ ਸੀ, ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ, ਤਾਂ ਉਹਨਾਂ ਦੇ ਖਿਲਾਫ ਹੁਣ ਇਹ ਸਖਤ ਕਾਰਵਾਈ ਕਰ ਦਿੱਤੀ ਗਈ ਹੈ ਤੇ ਅੱਗੇ ਲਈ ਤਿਆਰੀ ਬਰ ਤਿਆਰੀ ਸ਼ੁਰੂ ਹੋ ਚੱਲੀ ਹੈ ਕਿ ਹੁਣ ਕਿਸੇ ਵੀ तरह ਦਾ ਨਾਲ ਧੋਖੇਬਾਜ਼ਾਂ ਨੂੰ ਬਖਸ਼ਿਆ ਨਾ ਜਾਵੇ। 1.5 साल पहले की बात है कि हमारे रीजनल पासपोर्ट ऑफिसर श्री शिवाश कबराज जी के पास में कुछ लड़कियां आई अपनी परेशानी को लेके। फिर उनसे डिस्कशन हुआ, उन्होंने कहा कि हम ये लोग सिंपल पासपोर्ट का काम तो करते रहते हैं, कुछ ऐसा भी कर रहे हैं क्योंकि वी आर सिविल सर्वेंट्स, तो कुछ ऐसा भी किया है जिसमें सोसाइटी का भला हो। तो फिर हमने अपने सीनियर अधिकारियों से बात करी और फिर अपने जो मैनुअल्स थे पासपोर्ट एक्ट उसको खंगाला और फिर हमें पता चला कि अगर किसी आदमी के विरुद्ध कोई पुलिस कंप्लेंट दर्ज हो, उसके खिलाफ कोई मुकदमा चल रहा हो, उसके खिलाफ वारंट समन जारी हो, तो ऐसी स्थिति में हम उसका पासपोर्ट इम्पाउंड, रिवोक या कैंसिल कर सकते हैं। तो ये आधार हमारे लिए काफ़ी था। तो फिर हमने लड़कियों को सलाह दी कि भाई आप जाइए, पहले इनके खिलाफ सबके खिलाफ FIR दर्ज कराइए, जो धाराएं होनी चाहिए, उन धाराओं के बाद उनके वारंट समन कराएंगे। तो लड़कियों ने कराए और उसके बाद कुछ लोग पहले भी कराई हुई बैठी थी और बहुत सारे केसों में लड़के PO डिक्लेयर्ड थे। PO डिक्लेयर्ड थे, LOC जारी थी उनके खिलाफ, मतलब वो सालों से आए नहीं थे, शादी करके चले गए और लड़कियां यहाँ पर परेशान घूम रही हैं, कोई कांटेक्ट नहीं, उनके इन लॉज उनका सपोर्ट नहीं कर रहे। तो ऐसे केसेस में फिर हमने लड़कों को शो कोर्स नोटिस जारी किए जी कि भाई क्यों ना आपका पासपोर्ट हम इम्पाउंड कर दें, आप आके बताइए कि ये जो मुकदमे आपके खिलाफ चल रहे हैं इसका आप सेटलमेंट करिए, क्योंकि आपने अदालत में हाजिरी नहीं दी अपनी जी। तो जब उनकी तरफ से कोई वाजिब जवाब नहीं आया तो उस केस में हमने हमारे जो RP साहब थे श्रीवास कबराज, उनका अप्रूवल लेके हमने उनके पासपोर्ट इम्पाउंड करने शुरू कर दिए। इस स्थिति में हमने क्या करा कि ऊपर एक साहब ने एक सेल भी खुलवाया ऊपर, जिसमें ਪਾਸਪੋਰਟ ਅਧਿਕਾਰੀ ਨੇ ਇਹ ਗੱਲ ਵੀ ਦੱਸੀ ਕਿ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਮਨ 'ਚ ਕਈ ਵਾਰ ਵਹਿਮ ਹੁੰਦਾ ਹੈ ਕਿ ਜੇਕਰ ਉਹ ਦੂਸਰੇ ਕਿਸੇ ਦੇਸ਼ ਦੇ ਵਿੱਚ ਚਲੇ ਗਏ ਨੇ ਤਾਂ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਸਾਡਾ ਕਾਨੂੰਨ, ਯਾਨੀ ਕਿ ਸਾਡੇ ਭਾਰਤ ਦੇਸ਼ ਦਾ ਕਾਨੂੰਨ ਲਾਗੂ ਨਹੀਂ ਹੋਏਗਾ, ਪੁਲਿਸ ਵੱਲੋਂ ਸਖਤੀ ਨਹੀਂ ਕੀਤੀ ਜਾਏਗੀ ਤੇ ਉਹ ਬਚ ਜਾਣਗੇ ਤੇ ਆਪਣੀ ਕੀਤੀ ਕਰਤੂਤ ਨੂੰ ਉਹ ਲੁਕੋ ਲੈਣਗੇ। ਪਰ ਉਹਨਾਂ ਨੇ ਵੀ ਸਪਸ਼ਟ ਕਰਤਾ ਕਿ ਜੋ ਸਾਡਾ ਨਾਗਰਿਕ ਉਰੇ ਕੋਈ ਗਲਤ ਕੰਮ ਕਰਕੇ ਗਿਆ, ਕੋਈ ਅਪਰਾਧ ਕਰਕੇ ਗਿਆ, ਤਾਂ ਅਸੀਂ ਵਿਦੇਸ਼ 'ਚ ਬੈਠੇ ਵੀ ਉਸ ਦੇ ਉੱਤੇ ਨਕੇਲ ਕਰ ਸਕਦੇ ਹਾਂ, ਉਹਨੂੰ ਵਾਪਸ ਬੁਲਾ ਸਕਦੇ ਹਾਂ ਤੇ ਜਾਂ ਫਿਰ ਉਹਦਾ ਪਾਸਪੋਰਟ ਰੱਦ ਕਰ ਸਕਦੇ ਹਾਂ। ਉਹਨਾਂ ਨੇ ਇਹ ਜ਼ਿਕਰ ਇਸ ਲਈ ਕੀਤਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਕਈ ਵਾਰ ਜਦੋਂ ਧੋਖੇਬਾਜ਼ੀ ਵਰਗੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਤਾਂ ਇਹ ਹੁੰਦਾ ਹੈ ਕਿ ਜਦੋਂ ਅਸੀਂ ਵਿਦੇਸ਼ ਚਲੇ ਜਾਵਾਂਗੇ ਸ਼ਾयद ਸਾਡੇ ਤੇ ਕੋਈ ਕਾਨੂੰਨੀ ਕਾਰਵਾਈ नहीं होएगी। प्रोसीजर के बाद हम उनका पासपोर्ट इम्पाउंड करते हैं आफ्टर गिविंग दे चांस, उन्हें चांस देते हैं कि भाई अपनी बात रखिए। अगर नहीं बात रख पाते, क्योंकि इस स्थिति में यही है कि उन्होंने सोच लिया कि हम बाहर चले गए तो भारत सरकार की कोई हैसियत नहीं है कि वो हमें बुला सके, लेकिन ये उनकी गलती है कि अगर हमारा नागरिक है और वो हमारी धरती पे कोई गुनाह करके जाता है या गलत काम करके जाता है और न्यायालय में वांछित है, तो ये बात मान के चलिए कि हमारे पास बहुत सारे ऐसे रास्ते हैं जिसमें हम उस आदमी को यहाँ पर उसका प्रत्यर्पण करा सकते हैं। 450 की है और आप विश्वास करेंगे लास्ट ईयर जो हमारे पे आंकड़ा था वो 80 के करीब था। एक तो शायद परसों मेरे से ही आके मिला था कि जी मैं आ गया हूँ। ਹੁਣ ਜਿਸ ਤਰ੍ਹਾਂ ਦੇ ਨਾਲ ਇਹ ਪੰਜਾਬ ਦੇ ਵਿੱਚ ਇੱਕ ਸਿਲਸਿਲਾ ਚੱਲਿਆ ਕਿ ਵਿਦੇਸ਼ ਜਾਣ ਵਾਸਤੇ ਲਾੜੀਆਂ ਦਾ ਇਸਤੇਮਾਲ ਕੀਤਾ ਜਾਣ ਲੱਗਿਆ, ਪੈਸਿਆਂ ਦੀ ਖਾਤਰ ਹੋਵੇ ਜਾਂ ਵਿਦੇਸ਼ ਜਾਣ ਦਾ ਇੱਕ ਰਸਤਾ ਹੋਵੇ, ਤਾਂ ਉਹਦੇ ਵਿੱਚ ਹੁਣ ਕੱਲਾ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ, ਹਾਲਾਂਕਿ ਇਹ ਨੰਬਰ ਮੋਰੀ ਹੈਗਾ, ਪਰ ਇਹ ਨਹੀਂ ਹੈਗਾ ਕਿ ਸਿਰਫ ਪੰਜਾਬ ਦੀ ਇਹ ਕਹਾਣੀ ਹੈ, ਬਲਕਿ ਹਰਿਆਣਾ ਦੀ ਵੀ ਇਹ ਕਹਾਣੀ ਹੈ
ਕਿਉਂਕਿ ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਹੁਣ ਹਰਿਆਣਾ ਦੇ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਨੇ। ਹਾਲਾਂਕਿ ਜੋ ਡਾਟੇ ਅਸੀਂ ਤੁਹਾਨੂੰ ਹੁਣ ਤੱਕ ਦੱਸੇ ਨੇ ਤਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਇਹ ਤਿੰਨੇ ਜਗ੍ਹਾ ਦੇ ਡਾਟੇ ਨੇ ਜਿਸ ਨੂੰ ਲੈ ਕੇ ਇਹ ਕਾਰਵਾਈ ਹੈ ਜਿਹੜੀ ਉਹ ਅੱਗੇ ਅਮਲ 'ਚ ਲਿਆਂਦੀ ਗਈ ਹੈ। ਹਜੇ कुछ और भी एप्लीकेशन हैगियां ने जिन्हां ते कार्रवाई लगातार चल रही हैगी आ। आपके केसेस हैं और अब तो हरियाणा भी इसी लाइन में है। मतलब अगर देखा जाए तो पंजाब 75% केस तो हरियाणा के 25% केसेस हैं। ये पेहुआ, कुरुक्षेत्र, लुधियाना, ये जो आपकी दोआ बेल्ट है इसमें सभी में ये समस्या है। ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਇਸ ਕੰਮ ਦੇ ਵਿੱਚ ਪੰਜਾਬ ਪੁਲਿਸ ਨੇ ਵੀ ਵੱਧ ਚੜ ਕੇ ਯੋਗਦਾਨ ਪਾਇਆ, ਯਾਨੀ ਕਿ ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਬਖੂਬੀ ਨਿਭਾਈ ਹੈ। ਪੰਜਾਬ ਪੁਲਿਸ ਨੇ ਜਿਹੜੀ ਇਹ ਲਾੜੀਆਂ ਵਿਚਾਰੀਆਂ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਸੀ ਉਹਨਾਂ ਦਾ ਪੂਰਾ ਸਾਥ ਦਿੱਤਾ। ਜੋ ਕਾਨੂੰਨੀ ਕਾਰਵਾਈ ਕਰਨੀ ਬਣਦੀ ਸੀ ਜਾਂ ਮਾਮਲੇ ਦਰਜ ਕਰਨੇ ਬਣਦੇ ਸੀ ਉਹ ਵੀ ਕੀਤੇ ਤੇ ਪਾਸਪੋਰਟ ਦਫ਼ਤਰ ਦੇ ਨਾਲ ਰਾਬਤਾ ਕਾਇਮ ਕਰਕੇ ਇਹ ਜਿਹੜਾ ਮੁਕਾਮ ਤੱਕ ਪਹੁੰਚੀ ਹੈ ਗੱਲ ਕਿ ਪਾਸਪੋਰਟ ਰੱਦ ਹੋਣੇ ਤੇ ਜੇਕਰ ਕੋਈ ਵਾਪਸ ਆ ਰਹੇ ਨੇ ਤਾਂ ਹੁਣ ਦੁਬਾਰਾ ਆਪਦੀ ਜ਼ਿੰਦਗੀ ਨਵੇਂ ਸਿਰੋਂ ਸ਼ੁਰੂ ਕਰ ਰਹੇ ਨੇ। ਕਈ ਘਰ ਵਸ ਵੀ ਰਹੇ ਨੇ ਇਹਦੇ ਨਾਲ। ਤਾਂ ਪੰਜਾਬ ਪੁਲਿਸ ਦਾ ਇੱਕ ਵੱਡਾ ਰੋਲ ਰਿਹਾ ਹੈ। ਉਹਨਾਂ ਨੇ ਇੱਥੇ ਤੱਕ ਦੱਸਿਆ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਹ ਗੱਲ ਵੀ ਕਹੀ ਕਿ ਜੇਕਰ ਕਿਸੇ ਕੁੜੀ ਨਾਲ ਇਸ ਤਰ੍ਹਾਂ ਦਾ ਧੋਖੇਬਾਜ਼ੀ ਕਰਕੇ ਕੋਈ ਲਾੜਾ ਬਾਹਰ ਜਾਂਦਾ ਹੈ ਤਾਂ ਉਹ ਕਦੋਂ ਮਰਜ਼ੀ ਆ ਕੇ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਮਦਦ ਲਈ ਉਹ हर समय तैयार ने शेयर किए। मैं उसके लिए एडीजीपी श्री ईश्वर सिंह जी का बहुत आभारी रहूंगा। हमारा पूरा डिपार्टमेंट आभारी रहेगा। हमारे सर के भी वो सीनियर हैं और उन्होंने समय समय हमें मार्गदर्शन भी किया और हमारी काफ़ी मदद भी करी। जब भी किसी लड़की के साथ कोई प्रॉब्लम हुई, उसके डॉक्यूमेंट्स नहीं मिले या पुलिस ने सपोर्ट नहीं किया तो उन्होंने आगे बढ़कर उस लड़की की मदद करी और उन्होंने ये इंस्ट्रक्शन दी हुई है कि किसी कोई भी लड़की किसी भी वक्त परेशानी में उनसे सीधा मिल सकती है। बहुत सारे केसेस में ये भी दे पाया गया कि बच्चे थे उसके बाद भी वो चले गए थे, तो उन केसेस में उनके सेटलमेंट हो गए, वो लोग चले गए। वो लोग चले गए अपने फैमिली को लेके। अब फैमिली का निर्भर करना है। जिन लोगों के साथ ये था कि मैं अब उन्होंने दूसरी शादियां कर ली वहां जाके तो उन्होंने अपने सेटलमेंट किए। लड़कियों के साथ जो हुआ था वो लड़कियों वो अदालत का क्या कहते हैं कार्य क्षेत्र है, वो अदालत डिसाइड करे। हमें तो ये है कि अदालत जिस दिन उन्हें बरी कर देगी हम उनका पासपोर्ट खोल देंगे। लॉकडाउन में ये काम बंद हो गया था लेकिन अभी हमारे लिस्ट तैयार है। हमारे पास जो भी डेली इंक्वायरीज होती है उनकी एक रजिस्टर मेंटेन करते हैं और हमारे पास जो भी डॉक्यूमेंट्स आते हैं उनकी फाइलिंग तैयार करते हैं। तकरीबन हमारे 750 फाइलें हमारे पास हैं और 450 इसमें हम इम्पाउंड कर चुके हैं और जो बची हुई हैं वो पेपर्स के लिए बची हुई हैं कि जब लड़कियां हमको वारंट या समन की कॉपी ला के दे देंगी और प्रॉपर डॉक्यूमेंटेशन उसका हो जाएगा तो उनका पासपोर्ट जो है। ਦੇਖਿਆ ਜਾ ਸਕਦਾ ਹੈ ਕਿ ਜੋ ਲਾੜੇ ਉਰੇ ਦੀ ਲਾੜੀਆਂ ਨੂੰ ਧੋਖਾ ਦੇ ਕੇ ਵਿਦੇਸ਼ ਚਲੇ ਜਾਂਦੇ ਸੀ ਹੁਣ ਉਹਨਾਂ ਵਾਸਤੇ ਪਾਸਪੋਰਟ ਦਫ਼ਤਰ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਉਹਨਾਂ ਲਾੜੀਆਂ ਨੂੰ ਵੀ ਨਿਆਂ ਮਿਲਦਾ ਹੋਇਆ ਦਿਖਦਾ ਹੈ ਜਿਹੜੀਆਂ ਲਗਾਤਾਰ ਇਸ ਪਰੇਸ਼ਾਨੀ ਦੇ ਵਿੱਚ ਸੀ ਕਿ ਆਖਿਰਕਾਰ ਕੀ ਉਹਨਾਂ ਦੀ ਅੱਗੇ ਕਦੇ ਸੁਣਵਾਈ ਹੋ ਪਾਏਗੀ। ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਅਤੇ ਪਾਸਪੋਰਟ ਦਫ਼ਤਰ ਦਾ ਮੇਲਜੋਲ ਜਿਸ ਤਰ੍ਹਾਂ ਦੇ ਨਾਲ ਹੋਇਆ ਉਸ ਤੋਂ ਬਾਅਦ ਲੋਕਾਂ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਨ੍ਹਾਂ ਦੇ ਨਾਲ ਅਜੇ ਘਟਨਾਵਾਂ ਵਾਪਰੀਆਂ ਨੇ ਤਾਂ ਉਹਨਾਂ ਨੂੰ ਇਨਸਾਫ ਦੀ ਉਮੀਦ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਹਨਾਂ ਲਈ ਇਹ ਇੱਕ ਸੰਕੇਤ ਨੇ ਕਿ ਜੇਕਰ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਉਹ ਧੋਖਾ ਦੇ ਕੇ ਵਿਦੇਸ਼ ਚਲੇ ਜਾਣਗੇ ਜਾਂ ਫਿਰ ਹਜੇ ਵਿਦੇਸ਼ ਦੇ ਵਿੱਚ ਨੇ ਤੇ ਉਹਨਾਂ ਨੂੰ ਲੱਗਦਾ ਸਾਡੇ ਤੇ ਕਾਰਵਾਈ ਨਹੀਂ ਹੋਊਗੀ ਤਾਂ ਸਿੱਧੇ ਸੰਕੇਤ ਨੇ ਪਾਸਪੋਰਟ ਰੱਦ ਕਰਨ ਨੂੰ ਲੈ ਕੇ ਲਗਾਤਾਰ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਹੈਗੀਆਂ ਨੇ। ਹੁਣ ਵੀ ਸਮਾਂ ਜੇ ਲੋਕ ਆਪਣੀ ਇਸ ਕੀਤੀ ਭੁੱਲ ਨੂੰ ਸੁਧਾਰ ਸਕਦੇ ਨੇ ਤਾਂ ਉਹ ਵਾਪਿਸ ਆਉਣ, ਪੂਰੀ ਕਾਨੂੰਨੀ ਪ੍ਰਕਿਰਿਆ ਅਪਣਾਉਣ ਤੇ ਆਪਣੇ ਪਰਿਵਾਰ ਨੂੰ ਦੁਬਾਰੇ ਵਸਾ ਸਕਦੇ ਨੇ। ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸੁਮੀ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਵਿਆਹ ਦਾ ਚਾਂਸਾ ਦੇ ਕੇ ਜਿਹੜੇ ਲਾੜੇ ਆਖਿਰਕਾਰ ਵਿਦੇਸ਼ ਚਲੇ ਜਾਂਦੇ ਸੀ ਤੇ ਬਾਅਦ 'ਚ ਉਹਨਾਂ ਲਾੜੀਆਂ ਨੂੰ ਨਹੀਂ ਪੁੱਛਦੇ ਸੀ ਜਿਨ੍ਹਾਂ ਦੇ ਨਾਲ ਉਹ ਵਿਆਹ ਕਰਾਉਂਦੇ ਸੀਗੇ ਤਾਂ ਹੁਣ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਰੀਜਨਲ ਦਫ਼ਤਰ ਚੰਡੀਗੜ੍ਹ ਪਾਸਪੋਰਟ ਦਫ਼ਤਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਉਹ ਸਖਤ ਕਾਰਵਾਈ ਇਹ ਹੈ ਕਿ 400 ਤੋਂ ਜ਼ਿਆਦਾ ਜਿਹੜੇ ਪਾਸਪੋਰਟ ਨੇ ਉਹਨਾਂ ਲਾੜਿਆਂ ਦੇ ਰੱਦ ਕਰ ਦਿੱਤੇ ਗਏ ਨੇ ਤੇ 80 ਦੇ ਕਰੀਬ ਲਾੜੇ ਵਾਪਿਸ ਵੀ ਆ ਗਏ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ ਆ ਕੇ ਦੁਬਾਰਾ ਘਰ ਵਸਾ ਲਿਆ। ਇਹ ਖਬਰ ਉਹਨਾਂ ਲਈ ਜਿਹੜੇ ਕਿ ਲੋਕ ਇਹ ਸਮਝਦੇ ਨੇ ਕਿ ਜਦੋਂ ਉਹ ਉਰੇ ਵਿਆਹ ਕਰਾ ਲੈਣਗੇ, ਵਿਦੇਸ਼ ਚਲੇ ਜਾਣਗੇ ਤਾਂ ਉਦੋਂ ਬਾਅਦ ਉਰੇ ਦੀ ਕੁੜੀਆਂ ਨੂੰ ਉਹ ਭੁੱਲ ਜਾਣਗੇ, ਯਾਨੀ ਕਿ ਜਿਹੜੀਆਂ ਉਹਨਾਂ ਦੀਆਂ ਜੀਵਨ ਸਾਥੀਆਂ ਸੀ ਆਖਿਰਕਾਰ ਉਹਨਾਂ ਦੇ ਨਾਲ ਉਹ ਇੱਕ ਧੋਖਾ ਕਰਕੇ ਵਿਦੇਸ਼ ਚਲੇ ਜਾਣਗੇ ਤੇ ਬਾਅਦ 'ਚ ਕਿਸੇ ਕੋਈ ਪੁੱਛ ਪੜਤਾਲ ਨਹੀਂ ਹੋਊ। ਤਾਂ ਹੁਣ ਸਖਤ ਕਾਰਵਾਈ ਸ਼ੁਰੂ ਹੋ ਚੱਲੀ ਹੈ। ਹਾਲਾਂਕਿ ਇਹ ਸ਼ੁਰੂਆਤ ਅੱਜ ਤੋਂ 1.5 ਸਾਲ ਪਹਿਲਾਂ ਹੋਈ ਸੀ ਜਦੋਂ ਇਹ ਦੇਖਿਆ ਗਿਆ ਕਿ ਲਗਾਤਾਰ ਪੰਜਾਬ ਦੇ ਵਿੱਚ